ਹੈਲੋ ਗੁੱਡ ਮਾਰਨਿੰਗ ਜੈਮ ਸਿੱਧੀ ਪ੍ਰਭੂ ਦੀ ਵਡਿਆਈ ਹੋਵੇ। ਮੈਂ ਯਕੀਨ ਕਰਦੀ ਹਾਂ ਕਿ ਤੁਸੀਂ ਆਪਣੇ ਘਰਾਂ ਦੇ ਅੰਦਰ ਬਿਲਕੁਲ ਰਾਜੀ ਖੁਸ਼ ਤੇ ਤੰਦਰੁਸਤ ਹੋਵੋਗੇ। ਪਰਮੇਸ਼ਵਰ ਦੇ ਅਨੁਗ੍ਰਹਿ ਕਿਰਪਾ ਤੇ ਬਰਕਤ ਦੇ ਹੇਠ ਹੋਵੋਗੇ। ਪ੍ਰਭੂ ਆਪ ਸਭ ਨੂੰ ਬਹੁਤ ਬਲੈਸ ਕਰਨ। ਸੱਜਰੀ ਸਵੇਰ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਕਰਦੇ ਹਾਂ। ਪ੍ਰਭੂ ਦੀ ਵਡਿਆਈ ਹੋਏ ਅੱਜ ਦੇ ਦਿਨ ਦੇ ਲਈ ਜੋ ਪਰਮੇਸ਼ਵਰ ਨੇ ਇੱਕ ਨਵਾਂ ਦਿਨ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਖਸ਼ਿਆ। ਔਰ ਅੱਜ ਸੱਚਮੁੱਚ ਇੰਨਾ ਨਾਈਸ ਵੈਦਰ ਆ ਕਿ ਅੱਜ ਦਿਲ ਕਰਦਾ ਕਿ ਸਾਰੇ ਕੰਮ ਕਰ ਲਵੋ। ਇੰਨਾ ਸੋਹਣਾ ਮੌਸਮ ਆ। ਧੁੱਪ ਉੱਠਦਿਆਂ ਸਾਰ ਇੰਨੀ ਸੋਹਣੀ ਧੁੱਪ ਜਿਹੜੀ ਆ ਉਹ ਨਿਕਲੀ ਹੋਈ ਆ। ਪ੍ਰਭੂ ਦੀ ਵਡਿਆਈ ਹੋਏ। ਕਿੰਨਾ ਭਲਾ ਪਰਮੇਸ਼ਵਰ ਹੈ, ਕਿੰਨਾ ਸਾਮਰਥੀ ਪਰਮੇਸ਼ਵਰ ਹੈ ਸਾਡਾ। ਕਿੰਨੀਆਂ ਰੁੱਤਾਂ ਨੂੰ ਬਦਲਦਾ ਆ, ਕਿੰਨੇ ਮੌਸਮ ਐਵਰੀਡੇ ਕਿੱਦਾਂ ਦਾ ਕਰਨਾ ਆ। ਕਿੰਨਾ ਜ਼ਬਰਦਸਤ ਪਲਾਨ ਆ ਪਰਮੇਸ਼ਵਰ ਦਾ। ਇਟਸ ਅਮੇਜ਼ਿੰਗ ਰੀਅਲੀ। ਐਨੀਵੇਜ਼ ਅੱਜ ਆਪਾਂ ਜੋ ਸਿੱਖਾਂਗੇ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਆਪਾਂ ਸਿੱਖਾਂਗੇ ਜੈਲਸ ਦੇ ਬਾਰੇ ਦੇ ਵਿੱਚ ਕਿ ਜੈਲਸ ਈਰਖਾ ਈਰਖਾ ਦੇ ਬਾਰੇ ਵਿੱਚ ਸਿੱਖਾਂਗੇ ਕਿ ਈਰਖਾ ਰੱਖਣ ਦੇ ਨਾਲ ਸਾਡੇ ਜੀਵਨ ਦੇ ਵਿੱਚ ਕੀ ਹੁੰਦਾ ਆ। ਹਾਲੇਲੂਇਆ। ਸਾਨੂੰ ਬਹੁਤ ਜ਼ਰੂਰੀ ਆ ਅਸੀਂ ਇਹਨਾਂ ਚੀਜ਼ਾਂ ਦੇ ਬਾਰੇ ਵਿੱਚ ਸਿੱਖੀਏ ਕਿਉਂਕਿ ਬਹੁਤ ਵਾਰੀ ਅਸੀਂ ਵਿਚਾਰ ਨੂੰ ਪਾਪ ਸਮਝਦੇ ਹਾਂ ਔਰ ਉਹਦੇ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ। ਚੋਰੀ ਨੂੰ ਪਾਪ ਸਮਝਦੇ ਹਾਂ, ਉਹਦੇ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ। ਖੂਨ ਨਹੀਂ ਕਰਨਾ, ਇਸ ਗੱਲ ਨੂੰ ਅਸੀਂ ਪਾਪ ਸਮਝਦੇ ਹਾਂ ਔਰ ਉਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ। ਲੜਾਈ ਝਗੜੇ ਤੋਂ ਅਸੀਂ ਬਚਣ ਦੀ ਕੋਸ਼ਿਸ਼ ਕਰਦੇ ਹਾਂ ਕਰਕੇ ਸਾਨੂੰ ਲੱਗਦਾ ਕਿ ਉਹ ਪਾਪ ਆ। ਪਰ ਕੁਝ ਪਾਪ ਇਹੋ ਜਿਹੇ ਆ ਜਿਨ੍ਹਾਂ ਨੂੰ ਅਸੀਂ ਪਾਪ ਸਮਝਦੇ ਨਹੀਂ। ਅਸੀਂ ਉਹਨਾਂ ਨੂੰ ਅੰਡਰਸਟੈਂਡ ਨਹੀਂ ਕਰਦੇ ਕਿ ਇਹ ਪਾਪ ਆ। ਔਰ ਕਈ ਵਾਰੀ ਅਸੀਂ ਉਹਦੇ ਤੋਂ ਬਹੁਤ ਹੱਦ ਤੱਕ ਅਣਜਾਣ ਹੀ ਹੁੰਦੇ ਆ। ਸਾਨੂੰ ਸਾਡਾ ਉਹ ਸੁਭਾਅ ਲੱਗਦਾ ਜਾਂ ਕਈ ਵਾਰੀ ਸਾਨੂੰ ਉਹ ਲੱਗਦਾ ਹੁੰਦਾ ਕਿ ਇਹ ਤਾਂ ਜੋ ਅਸੀਂ ਕਰ ਰਹੇ ਹਾਂ ਉਹ ਬਿਲਕੁਲ ਠੀਕ ਕਰ ਰਹੇ ਹਾਂ। ਤਾਂ ਅੱਜ ਆਪਾਂ ਉਸੇ ਚੀਜ਼ ਦੇ ਬਾਰੇ ਵਿੱਚ ਸਿੱਖਣਾ ਆ ਕਿ ਜੈਲਸ ਕੀ ਆ, ਕਿੱਦਾਂ ਪਹਿਚਾਨ ਸਕਦੇ ਆ ਕਿ ਸਾਡੇ ਅੰਦਰ ਜੈਲਸ ਹੈਗਾ ਕਿ ਨਹੀਂ, ਔਰ ਜੈਲਸ ਕਰਨ ਦੇ ਨਤੀਜੇ ਕੀ ਆ। ਹਾਲੇਲੂਇਆ। ਸੋ ਫਸਟ ਆਫ ਆਲ ਕਿ ਜੈਲਸ ਕੀ ਆ, ਈਰਖਾ ਹੈ ਕੀ। ਤਾਂ ਜੋ ਮੇਰੀ ਸਮਝ ਦੇ ਵਿੱਚ ਆਉਂਦਾ ਆ, ਈਰਖਾ ਆ ਜਦੋਂ ਸਾਡੇ ਨਾਲੋਂ ਵੱਧ ਕੋਈ ਹੋਰ ਕਿਸੇ ਚੀਜ਼ ਨੂੰ ਪ੍ਰਾਪਤ ਕਰ ਲਵੇ ਜਾਂ ਉਹ ਚੀਜ਼ ਜਿਹੜੀ ਸਾਨੂੰ ਪਸੰਦ ਸੀ ਅਸੀਂ ਲੈਣ ਬਾਰੇ ਸੋਚਦੇ ਸੀ, ਅਸੀਂ ਪ੍ਰਾਪਤ ਕਰਨ ਬਾਰੇ ਸੋਚਦੇ ਸੀ, ਪਰ ਅਸੀਂ ਪਿੱਛੇ ਰਹਿ ਗਏ। ਕੋਈ ਹੋਰ ਸਾਥੋਂ ਪਹਿਲਾਂ ਉਸ ਚੀਜ਼ ਨੂੰ ਲੈ ਗਿਆ, ਖਰੀਦ ਗਿਆ ਜਾਂ ਪ੍ਰਾਪਤ ਕਰ ਲਈ ਉਸਨੇ। ਤਾਂ ਸਾਡੇ ਅੰਦਰ ਇੱਕ ਚਸਕ ਜਿਹੀ ਪੈਂਦੀ ਆ, ਦੁੱਖ ਆਉਂਦਾ ਆ ਸਾਡੇ ਅੰਦਰ ਕਿ ਮੈਂ ਕਿਉਂ ਨਹੀਂ ਕਰ ਸਕਿਆ, ਮੈਂ ਕਰਨਾ ਸੀ ਉਹਨੇ ਕਿੱਦਾਂ ਕਰ ਲਿਆ, ਉਹਨੇ ਕਿਉਂ ਕਰ ਲਿਆ। ਤਾਂ ਉਸ ਚੀਜ਼ ਨੂੰ ਅਸੀਂ ਜੈਲਸ ਕਹਿ ਸਕਦੇ ਹਾਂ। ਜੈਲਸ ਕਦੋਂ ਅਸੀਂ ਕਰਦੇ ਹਾਂ? ਜਦੋਂ ਅਸੀਂ ਆਪਣੀ ਲਾਈਫ ਦੇ ਵਿੱਚ ਸੰਤੁਸ਼ਟ ਨਹੀਂ ਹੁੰਦੇ, ਸੈਟੀਸਫਾਈਡ ਨਹੀਂ ਹੁੰਦੇ, ਕਿ ਅਸੀਂ ਕਹਿੰਦੇ ਕਿ ਸਾਡੇ ਕੋਲੇ ਹੋਰ ਸੁੱਖ ਹੋਵੇ, ਹੋਰ ਸਾਧਨ ਹੋਣ, ਹੋਰ ਧਨ ਹੋਏ, ਹੋਰ ਵੱਡਾ ਘਰ ਹੋਏ, ਹੋਰ ਬੈਸਟ ਗੱਡੀ ਹੋਏ, ਔਰ ਸਭ ਕੁਝ ਮੋਰ ਦੈਨ ਇਨਫ ਹੋਏ। ਜਦੋਂ ਅਸੀਂ ਇਦਾਂ ਸੋਚਦੇ ਹਾਂ, ਸੈਟੀਸਫਾਈਡ ਨਹੀਂ ਹੁੰਦੇ, ਤੇ ਉਦੋਂ ਅਸੀਂ ਜਦੋਂ ਦੂਜਾ ਕੋਈ ਜਣਾ ਕੋਈ ਚੀਜ਼ ਖਰੀਦਦਾ ਆ, ਉਹਨੂੰ ਕੋਈ ਚੀਜ਼ ਮਿਲ ਜਾਂਦੀ ਆ, ਤਾਂ ਫਿਰ ਅਸੀਂ ਦੁਖੀ ਹੁੰਦੇ ਆ। ਸਾਡਾ ਉਹ ਦੁੱਖ ਨਹੀਂ ਪਰ ਈਰਖਾ ਆ। ਫਿਰ ਉਹਦੇ ਨਾਲ ਬੋਲਣ ਨੂੰ ਦਿਲ ਨਾ ਕਰਨਾ, ਬਿਨਾਂ ਮਤਲਬ ਦੇ ਉਹਦੇ ਵਿੱਚ ਨੁਕਸ ਲੱਭਣਾ। ਇਸ ਲਈ ਨਹੀਂ ਕਿ ਉਹ ਗਲਤ ਆ, ਪਰ ਇਸ ਲਈ ਕਿ ਉਹਨੂੰ ਉਹ ਚੀਜ਼ ਕਿਉਂ ਪ੍ਰਾਪਤ ਹੋ ਗਈ। ਕੋਈ ਸਾਡੇ ਤੋਂ ਪਹਿਲਾਂ ਤਰੱਕੀ ਕਰ ਲਵੇ ਔਰ ਉਹਦੀ ਤਰੱਕੀ ਦੇਖ ਕੇ ਦਿਲ ਨੂੰ ਚੰਗਾ ਨਾ ਲੱਗੇ ਤਾਂ ਉਹ ਈਰਖਾ ਆ। ਕਿਸੇ ਨੇ ਸਾਡੇ ਤੋਂ ਜ਼ਿਆਦਾ ਨੰਬਰ ਲੈ ਲਏ, ਉਹਦੇ ਨੰਬਰ ਲੈਣ ਦੀ ਖੁਸ਼ੀ ਨਹੀਂ ਹੋਈ ਤੇ ਉਹ ਈਰਖਾ ਆ। ਕੋਈ ਸਾਡੇ ਤੋਂ ਪਹਿਲਾਂ ਵਿਦੇਸ਼ ਵਿੱਚ ਚਲੇ ਗਿਆ, ਉਹਦੇ ਵਿਦੇਸ਼ ਜਾਣ ਦੀ ਖੁਸ਼ੀ ਨਹੀਂ ਹੋਈ, ਤਾਂ ਜੋ ਹੋ ਰਿਹਾ ਸਾਡੇ ਅੰਦਰ ਉਹ ਈਰਖਾ ਆ। ਇਸ ਤਰੀਕੇ ਦੇ ਨਾਲ ਅਸੀਂ ਈਰਖਾ ਦੇ ਜਾਲ ਦੇ ਵਿੱਚ ਫਸ ਜਾਂਦੇ ਆ, ਪਰ ਕਈ ਵਾਰੀ ਸਾਨੂੰ ਸਮਝ ਵੀ ਨਹੀਂ ਆਉਂਦੀ ਕਿ ਅਸੀਂ ਈਰਖਾ ਕਰ ਰਹੇ ਹਾਂ। ਔਰ ਈਰਖਾ ਇੱਕ ਪਾਪ ਆ। ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਵੀ ਦੇਖ ਸਕਦੇ ਹਾਂ ਕਿ ਈਰਖਾ ਪਾਪ ਆ, ਕਿਉਂਕਿ ਜਿਨ੍ਹਾਂ ਨੇ ਈਰਖਾ ਕੀਤੀ ਆ ਉਹਨਾਂ ਦੇ ਉੱਤੇ ਸਜ਼ਾ ਆਈ ਆ। ਔਰ ਬਹੁਤ ਵਾਰੀ ਸਾਡੇ ਜੀਵਨ ਦੀਆਂ ਬਰਕਤਾਂ ਹੋ ਸਕਦਾ ਈਰਖਾ ਦੇ ਕਰਕੇ ਰੁਕੀਆਂ ਹੋਈਆਂ ਹੋਣ ਔਰ ਅਸੀਂ ਇਸ ਤੋਂ ਅਣਜਾਣ ਹੋਈਏ।
ਹੋ ਸਕਦਾ ਅਸੀਂ ਪ੍ਰਾਰਥਨਾ ਤਾਂ ਬਹੁਤ ਕਰ ਰਹੇ ਹੋਈਏ, ਐਵਰੀ ਸੰਡੇ ਆਪਾਂ ਚਰਚ ਨੂੰ ਵੀ ਆਉਂਦੇ ਹੋਈਏ, ਫਾਸਟਿੰਗ ਵੀ ਕਰਦੇ ਹੋਈਏ, ਵਚਨ ਵੀ ਪੜ੍ਹਦੇ ਹੋਈਏ, ਫਿਰ ਵੀ ਸਾਡੇ ਜੀਵਨ ਦੇ ਵਿੱਚ ਪ੍ਰਾਰਥਨਾ ਦਾ ਉੱਤਰ ਨਾ ਆ ਰਿਹਾ ਹੋਵੇ, ਤਾਂ ਉਹਦਾ ਇੱਕ ਕਾਰਨ, ਉਹਦੀ ਇੱਕ ਵਜ੍ਹਾ, ਉਹਦਾ ਰੀਜ਼ਨ ਜੈਲਸ ਵੀ ਹੋ ਸਕਦਾ ਆ, ਈਰਖਾ ਵੀ ਹੋ ਸਕਦੀ ਆ। ਇਸ ਲਈ ਸਾਨੂੰ ਸਮਝਣਾ ਪੈਣਾ ਆ ਕਿ ਸਾਡੀ ਬਰਕਤ ਦੇ ਵਿੱਚ ਕਿਹੜੀ ਚੀਜ਼ ਰੁਕਾਵਟ ਬਣ ਰਹੀ ਆ। ਜੇ ਈਰਖਾ ਬਣ ਰਹੀ ਆ ਤਾਂ ਕਿਉਂ ਨਾ ਹੋਏ ਉਸ ਰੁਕਾਵਟ ਵਾਲੇ ਪੱਥਰ ਨੂੰ ਅਸੀਂ ਆਪਣੇ ਜੀਵਨ ਦੇ ਵਿੱਚੋਂ ਬਾਹਰ ਕੱਢ ਦਈਏ ਅਤੇ ਅਸੀਂ ਆਪਣੇ ਜੀਵਨ ਦੇ ਵਿੱਚ ਬਰਕਤ ਲੈ ਸਕੀਏ, ਅਸੀਂ ਆਪਣੇ ਜੀਵਨ ਦੇ ਵਿੱਚ ਉਸ ਮੁਕਾਮ ਨੂੰ ਹਾਸਲ ਕਰ ਸਕੀਏ ਜੋ ਕਰਨਾ ਚਾਹੁੰਦੇ ਹਾਂ। ਦੇਖੋ, ਵਚਨ ਦੇ ਵਿੱਚ ਲਿਖਿਆ ਹਰ ਕੰਮ ਦਾ ਇੱਕ ਵੇਲਾ ਆ। ਸਾਨੂੰ ਉਸ ਵੇਲੇ ਦੇ ਲਈ ਵੇਟ ਦੇ ਵਿੱਚ ਰਹਿਣਾ ਆ, ਇੰਤਜ਼ਾਰ ਦੇ ਵਿੱਚ ਰਹਿਣਾ ਆ। ਰਾਈਟ ਟਾਈਮ ਤੇ ਸਾਡੇ ਜੀਵਨ ਦੇ ਵਿੱਚ ਰਾਈਟ ਵਰਕ ਜਿਹੜਾ, ਰਾਈਟ ਕੰਮ ਜਿਹੜਾ, ਸਹੀ ਕੰਮ ਜਿਹੜਾ ਆ ਸਹੀ ਸਮੇਂ ਤੇ ਹੋ ਜਾਣਾ ਆ। ਔਰ ਪਰਮੇਸ਼ਵਰ ਕਦੀ ਡਿਲੇ ਨਹੀਂ ਕਰਦੇ, ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ। ਪਰ ਸਾਨੂੰ ਕਈ ਵਾਰੀ ਲੱਗਦਾ ਕਿ ਲੇਟ ਹੋ ਰਿਹਾ। ਸਾਡਾ ਪਰਮੇਸ਼ਵਰ ਡਿਲੇ ਦਾ ਪਰਮੇਸ਼ਵਰ ਨਹੀਂ ਆ, ਲੇਟ ਕਰਨ ਵਾਲਾ ਪਰਮੇਸ਼ਵਰ ਨਹੀਂ ਆ, ਪਰ ਉਹ ਰਾਈਟ ਟਾਈਮ ਦੇ ਉੱਤੇ ਜਦੋਂ ਉਸ ਚੀਜ਼ ਦੀ ਸੱਚਮੁੱਚ ਸਾਨੂੰ ਜ਼ਰੂਰਤ ਆ, ਉਸ ਸਮੇਂ ਵਿੱਚ ਸਾਨੂੰ ਉਹ ਮੁਹੱਈਆ ਕਰਦਾ ਆ। ਸਾਡਾ ਪਰਮੇਸ਼ਵਰ ਭਲਾ ਪਰਮੇਸ਼ਵਰ ਆ। ਜਿਵੇਂ ਥੋੜੇ ਦਿਨ ਪਹਿਲਾਂ ਮੇਰਾ ਬੇਟਾ ਮੈਨੂੰ ਪੁੱਛ ਰਿਹਾ ਸੀਗਾ, ਰਾਜ, ਕਿ ਮਮਾ ਜਿਹੜਾ ਅਸੀਂ ਬੀਜ ਬੋਂਦੇ ਆ ਪਰਮੇਸ਼ਵਰ ਦੇ ਘਰ ਵਿੱਚ, ਤੇ ਉਹ ਕਦੋਂ ਫਲ ਲੈ ਕੇ ਆਉਂਦਾ। ਤੇ ਮੈਂ ਉਹਨੂੰ ਕਿਹਾ ਵੀ ਕੀ ਹੋਇਆ, ਕੋਈ ਪ੍ਰੋਬਲਮ ਆ? ਕਹਿੰਦਾ ਨਹੀਂ, ਵੀ ਤੁਸੀਂ ਸਾਨੂੰ ਛੋਟੇ ਹੁੰਦਿਆਂ ਤੋਂ ਕਹਿੰਦੇ ਨਾ ਕਿ ਬੀਜ ਬੋ ਤਾਂ ਉਹ 1000 ਟਾਈਮ ਬਲੈਸ ਹੋਊਗਾ, 100 ਟਾਈਮ ਬਲੈਸ ਹੋਊਗਾ। ਤੇ ਕਦੀ ਕਦੀ ਤਾਂ ਸਿਰਫ ਸਾਡੇ ਕੋਲ ਬੀਜ ਹੀ ਹੁੰਦਾ ਬੋਣ ਵਾਸਤੇ, ਉਸ ਤੋਂ ਐਕਸਟਰਾ ਕੁਝ ਵੀ ਨਹੀਂ ਹੁੰਦਾ, ਔਰ ਪੂਰਾ ਮਹੀਨਾ ਕਈ ਵਾਰੀ ਨਹੀਂ ਹੁੰਦਾ। ਫਿਰ ਅਸੀਂ ਸੀਡ ਵੀ ਤੁਹਾਡੇ ਕੋਲੋਂ ਲੈ ਕੇ ਬੀਜਦੇ ਆ, ਸਾਨੂੰ ਕਿਧਰੋਂ ਕੋਈ ਗਿਫਟ ਨਹੀਂ ਮਿਲੀ, ਕੋਈ ਕੁਝ ਨਹੀਂ, ਕਿਉਂਕਿ ਬੱਚੇ ਆ, ਕਈ ਵਾਰੀ ਉਹਨਾਂ ਨੂੰ ਪਾਪਾ ਕੋਲੋਂ ਗਿਫਟ ਮਿਲ ਜਾਂਦੀ, ਕਈ ਵਾਰੀ ਗ੍ਰੈਂਡ ਮਦਰ ਕੋਲੋਂ, ਕਈ ਵਾਰੀ ਮਦਰ ਕੋਲੋਂ, ਪਰ ਉਹ ਫਿਰ ਉਹਨੂੰ ਸਾਂਭ ਲੈਂਦੇ ਆ, ਉਸ ਜੋ ਵੀ ਉਹਨਾਂ ਨੂੰ ਮਿਲਦਾ ਆ ਥੋੜਾ ਬਹੁਤਾ, ਤੇ ਫਿਰ ਉਹਦੇ ਵਿੱਚੋਂ ਉਹ ਬੀਜ ਪਾਉਂਦੇ ਰਹਿੰਦੇ ਆ। ਪਰ ਕਈ ਵਾਰੀ ਉਹਨਾਂ ਦੇ ਕੋਲੇ ਉਹ ਵੀ ਚਲਿਆ ਜਾਂਦਾ, ਫਿਨਿਸ਼ ਹੋ ਜਾਂਦਾ, ਤੇ ਫਿਰ ਉਹ ਨਹੀਂ ਹੁੰਦਾ, ਤੇ ਫਿਰ ਉਹ ਕਹਿੰਦੇ ਕਿ ਸਾਨੂੰ ਇਸ ਵੀਕੇ ਪਾਉਣ ਵਾਸਤੇ ਦਿਓ। ਤੇ ਕਹਿੰਦਾ ਮੈਂ ਤਾਂ ਪੁੱਛਦਾ ਕਿ ਇਹ ਕਦੋਂ ਜਾ ਕੇ ਜਿਹੜਾ ਇਸ ਬੀਜ ਨੇ ਫਸਲ ਕਦੋਂ ਲੈ ਕੇ ਆਉਣੀ ਹੈ। ਔਰ ਪੁੱਛਣਾ ਵੀ ਚਾਹੀਦਾ ਹੈ ਬੱਚਿਆਂ ਨੂੰ, ਕਿਉਂਕਿ ਉਹ ਪੁੱਛਣਗੇ ਤਾਂ ਹੀ ਤਾਂ ਉਹਨਾਂ ਦੇ ਕੁਐਸਚਨਸ ਦਾ ਆਨਸਰ ਮਿਲੂਗਾ। ਔਰ ਫਿਰ ਉਹਨੂੰ ਮੈਂ ਦੱਸਿਆ ਕਿ ਜਦੋਂ ਤੇਰੀ ਜ਼ਿੰਦਗੀ ਦੇ ਵਿੱਚ ਅਸਲ ਵਿੱਚ ਜ਼ਰੂਰਤ ਹੋਏਗੀ ਨਾ, ਪਰਮੇਸ਼ਵਰ ਉਦੋਂ ਤੈਨੂੰ ਮੁਹੱਈਆ ਕਰਨਗੇ, ਉਦੋਂ ਤੈਨੂੰ ਕਿਸੇ ਚੰਗੀ ਚੀਜ਼ ਦੀ ਥੋੜ ਨਹੀਂ ਹੋਏਗੀ। ਅਜੇ ਪਰਮੇਸ਼ਵਰ ਨੇ ਪਹਿਲਾਂ ਤੋਂ ਹੀ ਤੁਹਾਡੇ ਲਈ ਇੰਤਜ਼ਾਮ ਕੀਤੇ ਆ, ਤੁਹਾਡੇ ਪੇਰੈਂਟਸ ਦੇ ਰਾਹੀਂ, ਤੁਹਾਡੇ ਗ੍ਰੈਂਡ ਪੇਰੈਂਟਸ ਦੇ ਰਾਹੀਂ, ਤੁਹਾਡੇ ਘਰ ਦੇ ਵਿੱਚ ਪਰਮੇਸ਼ਵਰ ਨੇ ਸਭ ਕੁਝ ਦਿੱਤਾ। ਪਰ ਕਦੀ ਕਦੀ ਇਨਸਾਨ ਦੀ ਲਾਈਫ ਵਿੱਚ ਇੱਕ ਟਾਈਮ ਆਉਂਦਾ ਆ ਜਦੋਂ ਉਹ ਸੈਲਫ ਡਿਪੈਂਡੈਂਟ ਹੁੰਦਾ, ਔਰ ਉਹਦੇ ਕੋਲੇ ਉਸ ਵੇਲੇ ਹੋਣਾ ਬਹੁਤ ਜ਼ਰੂਰੀ ਹੈ ਕਿ ਉਹਦੀ ਓਨ ਪੋਕਟ ਦੇ ਵਿੱਚ ਹੋਏ, ਉਹਦੀ ਆਪਣੀ ਜੇਬ ਦੇ ਵਿੱਚ ਹੋਏ। ਔਰ ਉਹਨੇ ਅੰਡਰਸਟੈਂਡ ਕੀਤਾ, ਔਰ ਉਹਨੇ ਥੈਂਕ ਯੂ ਕੀਤਾ ਪਰਮੇਸ਼ਵਰ ਦਾ ਕਿ ਮੈਂ ਉਸ ਰਾਈਟ ਟਾਈਮ ਦੇ ਲਈ, ਪ੍ਰਭੂ, ਮੈਂ ਸੀਡ ਜਿਹੜਾ ਆ ਉਹ ਪਾ ਰਿਹਾ ਆ, ਮੈਂ ਬੀਜ ਪਾ ਰਿਹਾ ਆ। ਔਰ ਮੈਨੂੰ ਪਤਾ ਆ ਮੇਰਾ ਤਾਂ, ਕਹਿੰਦਾ ਮਮਾ ਜੀ ਮੇਰਾ ਤਾਂ ਫਿਰ ਬਹੁਤ ਹੋ ਜਾਣਾ, ਜਦੋਂ ਮੈਨੂੰ ਲੋੜ ਪੈਣੀ ਆ ਮੈਨੂੰ ਤਾਂ ਪੰਡਾ ਬੰਨ ਕੇ ਪਰਮੇਸ਼ਵਰ ਨੇ ਦੇ ਦੇਣੀਆਂ। ਮੈਂ ਕਿਹਾ ਐਗਜ਼ੈਕਟਲੀ ਇਦਾਂ ਹੀ ਹੋਣਾ। ਸੋ ਇਸ ਤਰੀਕੇ ਦੇ ਨਾਲ ਕਈ ਵਾਰੀ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਆ, ਔਰ ਅਸੀਂ ਕਈ ਵਾਰੀ ਕਾਲੇ ਪੈ ਜਾਂਦੇ ਆ। ਪਰ ਜਦੋਂ ਕਿਸੇ ਨੂੰ, ਸਾਡੇ ਗੁਆਂਢੀ ਨੂੰ, ਸਾਡੇ ਦੋਸਤ ਨੂੰ, ਮਿੱਤਰ ਨੂੰ ਸਾਡੇ ਤੋਂ ਪਹਿਲਾਂ ਮਿਲ ਜਾਂਦਾ, ਫਿਰ ਅਸੀਂ ਜੈਲਸ ਕਰਨ ਲੱਗ ਜਾਂਦੇ ਆ। ਸਾਨੂੰ ਲੱਗਦਾ ਅਸੀਂ ਵੀ ਤਾਂ ਸੇਮ ਹੀ ਚਰਚ ਨੂੰ ਜਾ ਰਹੇ, ਅਸੀਂ ਵੀ ਸੇਮ ਹੀ ਪਰਮੇਸ਼ਵਰ ਨੂੰ ਮੰਨ ਰਹੇ, ਪਰ ਅਸੀਂ ਇਹ ਨਹੀਂ ਸਮਝਦੇ ਕਿ ਇਸ ਵੇਲੇ ਉਹਨੂੰ ਜ਼ਿਆਦਾ ਜ਼ਰੂਰਤ ਸੀਗੀ, ਉਹਨੂੰ ਮਿਲ ਗਿਆ, ਔਰ ਮੇਰਾ ਉਸ ਦੇ ਬਿਨਾਂ ਸਰ ਰਿਹਾ ਸੀ, ਇਸ ਲਈ ਮੇਰਾ ਟਾਈਮ ਅਜੇ ਨਿਕਲ ਰਿਹਾ। ਪਰ ਜਦੋਂ ਰਾਈਟ ਟਾਈਮ ਆਉਣਾ, ਪਰਮੇਸ਼ਵਰ ਨੇ ਮੈਨੂੰ ਕਦੀ ਵੀ ਸ਼ਰਮਿੰਦਿਆ ਨਹੀਂ ਹੋਣ ਦੇਣਾ, ਪਰਮੇਸ਼ਵਰ ਨੇ ਮੇਰੇ ਧੀਆਂ ਪੁੱਤਰਾਂ ਨੂੰ ਸ਼ਰਮਿੰਦਿਆ ਨਹੀਂ ਹੋਣ ਦੇਣਾ, ਔਰ ਮੈਨੂੰ ਮਿਲੇਗਾ। ਤਾਂ ਇਸ ਫੀਲਿੰਗ ਨੂੰ, ਇਸ ਇਮੋਸ਼ਨ ਨੂੰ ਜਿਹੜਾ ਸਾਡੇ ਅੰਦਰ ਚੱਲਦਾ, ਉਹਨੂੰ ਜੈਲਸ ਕਹਿੰਦੇ ਆ। ਜੇ ਆਪਾਂ ਪਵਿੱਤਰ ਬਾਈਬਲ ਦੇ ਵਿੱਚ ਦੇਖੀਏ, ਆਪਾਂ 4 ਐਗਜ਼ਾਮਪਲ ਦੇਖ ਸਕਦੇ ਹਾਂ ਹਾਬਲ ਤੇ ਕੈਨ ਦੀ। ਤੁਸੀਂ ਦੇਖੋ, ਜਿਹੜਾ ਕੈਨ ਆ, ਉਹਨੂੰ ਈਰਸ਼ਾ ਹੋਈ ਕਿ ਪਰਮੇਸ਼ਵਰ ਨੂੰ ਉਹਦੀ ਭੇਟਾ ਪਸੰਦ ਨਹੀਂ ਆਈ, ਪਰ ਹਾਬਲ ਦੀ ਆਈ। ਤਾਂ ਉਹਨੇ ਈਰਖਾ ਦੇ ਵਿੱਚ ਕੀ ਕੀਤਾ, ਉਹਨੇ ਈਰਖਾ ਦੇ ਵਿੱਚ ਉਹਨੇ ਮਾਫੀ ਨਹੀਂ ਮੰਗੀ, ਉਹ ਪ੍ਰੇਮ ਵਿੱਚ ਨਹੀਂ ਗਿਆ, ਉਹ ਗੁੱਸੇ ਦੇ ਵਿੱਚ ਆਇਆ, ਕ੍ਰੋਧ ਦੇ ਵਿੱਚ ਆਇਆ, ਤੇ ਨਤੀਜਾ ਕੀ, ਉਹਨੇ ਹੱਤਿਆ ਕਰ ਦਿੱਤੀ।
ਔਰ ਪਰਮੇਸ਼ਵਰ ਤੋਂ ਖੂਨ ਛੁਪਿਆ ਨਹੀਂ ਰਿਹਾ ਔਰ ਕਹਿਣ ਦੇ ਉੱਤੇ ਸਜ਼ਾ ਆਈ। ਫਿਰ ਤੁਸੀਂ ਸੈਕੰਡ ਐਗਜ਼ਾਮਪਲ ਦੇਖ ਲਓ ਮੂਸਾ ਦੀ ਭੈਣ ਮਿਰੀਅਮ ਦੇ ਬਾਰੇ ਵਿੱਚ। ਮਿਰੀਅਮ ਜਿਹੜੀ ਆ, ਜੇ ਆਪਾਂ ਦੇਖੀਏ ਬਾਈਬਲ ਦੇ ਵਿੱਚ, ਲੇਡੀਜ਼ ਦੇ ਵਿੱਚੋਂ ਫਰਸਟ ਪ੍ਰੋਫੈਟਸ ਸੀਗੀ। ਔਰਤਾਂ ਦੇ ਵਿੱਚੋਂ ਮੇਰੇ ਖਿਆਲ ਦੇ ਵਿੱਚ, ਜੋ ਮੈਨੂੰ ਸਮਝ ਵਿੱਚ ਆਉਂਦਾ, ਉਹ ਪਹਿਲੀ ਨਬੀਆ ਸੀਗੀ ਜਿਹੜੀ ਪਵਿੱਤਰ ਬਾਈਬਲ ਦੇ ਵਿੱਚ ਜਿਹਦਾ ਜ਼ਿਕਰ ਹੈ ਕਿ ਉਹ ਨਬੂਵਤ ਕਰਦੀ ਸੀਗੀ। ਸੋ ਉਹ ਇੰਨੀ ਵਿਜ਼ਡਮ ਵਾਲੀ ਸੀਗੀ। ਔਰ ਜਦੋਂ ਮੂਸਾ ਹੋਇਆ ਤਾਂ ਟੋਕਰੀ ਦੇ ਵਿੱਚ ਮੂਸਾ ਨੂੰ ਪਾ ਕੇ ਉਸ ਨੀਲ ਨਦੀ ਦੇ ਵਿੱਚ ਜਦੋਂ ਰੋੜਿਆ ਬਚਾਉਣ ਵਾਸਤੇ, ਤਾਂ ਉਹ ਝਾੜੀਆਂ ਦੇ ਵਿੱਚੋਂ ਦੀ ਦੇਖਦੀ ਸੀ ਕਿ ਮੇਰਾ ਭਰਾ ਸੁਰੱਖਿਅਤ ਆ, ਕਿਤੇ ਉਹਦੀ ਟੋਕਰੀ ਪਲਟ ਤੇ ਨਹੀਂ ਰਹੀ। ਉਹਨੂੰ ਇੰਨਾ ਪਿਆਰ ਸੀਗਾ ਆਪਣੇ ਭਰਾ ਦੇ ਨਾਲ। ਪਰ ਇੱਕ ਟਾਈਮ ਇਹੋ ਜਿਹਾ ਆਇਆ ਕਿ ਉਹਦੇ ਅੰਦਰ ਜੈਲਸ ਆ ਗਈ ਕਿ ਪਰਮੇਸ਼ਵਰ ਨੇ ਮੇਰੇ ਭਰਾ ਨੂੰ ਚੁਣ ਲਿਆ ਇੰਨੇ ਵੱਡੇ ਕੰਮ ਦੇ ਲਈ, ਔਰ ਪਰਮੇਸ਼ਵਰ ਮੇਰੇ ਭਰਾ ਦੇ ਨਾਲ ਗੱਲਾਂ ਕਰਦਾ, ਉਹ ਦੂਜਿਆਂ ਨੂੰ ਮਿਸਲੀਡ ਕਰਨ ਲੱਗੀ ਜੈਲਸ ਦਾ ਕਰਕੇ ਕਿ ਇਹ ਸਿਰਫ ਮੂਸਾ ਹੀ ਹੈ ਕਿ ਪਰਮੇਸ਼ਵਰ ਇਹਦੇ ਨਾਲ ਗੱਲਾਂ ਕਰਦਾ, ਕਿ ਪਰਮੇਸ਼ਵਰ ਕਿਸੇ ਹੋਰ ਨਾਲ ਗੱਲਾਂ ਨਹੀਂ ਕਰ ਸਕਦਾ, ਕਿ ਪਰਮੇਸ਼ਵਰ ਸਾਡੇ ਨਾਲ ਗੱਲ ਨਹੀਂ ਕਰਦਾ। ਤਾਂ ਤੁਸੀਂ ਉਹਦਾ ਨਤੀਜਾ ਜਾਣਦੇ ਆ ਕਿ ਉਹਦੇ ਜੀਵਨ ਦੇ ਵਿੱਚ ਕੋੜ ਦੀ ਬਿਮਾਰੀ ਆਈ। ਕਾਫੀ ਦਿਨਾਂ ਤੱਕ ਉਹਨੂੰ ਤੰਬੂਆਂ ਤੋਂ ਬਾਹਰ ਰੱਖਿਆ ਗਿਆ, ਉਸ ਏਰੀਏ ਤੋਂ ਬਾਹਰ ਰੱਖਿਆ ਗਿਆ, ਉਸ ਫਾਟਕ ਤੋਂ ਬਾਹਰ ਰੱਖਿਆ ਗਿਆ। ਹਾਲਾਂਕਿ ਮੂਸਾ ਨੇ ਪਰਮੇਸ਼ਵਰ ਦੇ ਅੱਗੇ ਹਾੜੇ ਕੱਢੇ, ਬੇਨਤੀ ਕੀਤੀ, ਔਰ ਫਿਰ ਉਹ ਸ਼ੁੱਧ ਵੀ ਹੋਈ, ਉਹਨੂੰ ਵਾਪਸ ਲਿਆ ਗਿਆ। ਪਰ ਤੁਸੀਂ ਦੇਖੋ ਸਜ਼ਾ ਆਈ। ਇਸ ਲਈ ਅਸੀਂ ਦੇਖ ਸਕਦੇ ਕਿ ਜਦੋਂ ਜੈਲਸ ਸਾਡੀ ਲਾਈਫ ਦੇ ਵਿੱਚ ਆਉਂਦਾ ਆ ਤਾਂ ਪਰਮੇਸ਼ਵਰ ਦਾ ਕ੍ਰੋਧ ਆਉਂਦਾ ਸਾਡੇ ਜੀਵਨ ਦੇ ਵਿੱਚ। ਇੱਕ ਕਰੜੀ ਸਜ਼ਾ ਆਉਂਦੀ ਸਾਡੇ ਜੀਵਨ ਦੇ ਵਿੱਚ, ਜਿਹਦੇ ਵਿੱਚ ਦੁੱਖ ਹੋ ਸਕਦਾ ਜਿੱਦਾਂ ਕੈਨ ਦੀ ਲਾਈਫ ਦੇ ਵਿੱਚ, ਜਿਹਦੇ ਵਿੱਚ ਬਿਮਾਰੀਆਂ ਹੋ ਸਕਦੀਆਂ ਜਿੱਦਾਂ ਮਿਰੀਅਮ ਦੀ ਲਾਈਫ ਦੇ ਵਿੱਚ। ਫਿਰ ਆਪਾਂ ਇੱਕ ਹੋਰ ਐਗਜ਼ਾਮਪਲ ਲੈ ਸਕਦੇ ਹਾਂ, ਦਾਊਦ ਤੇ ਸ਼ਾਉਲ ਦੀ ਲੈ ਲਓ। ਜਦੋਂ ਪਰਮੇਸ਼ਵਰ ਨੇ ਪਹਿਲਾ ਕਿੰਗ ਇਜ਼ਰਾਈਲ ਦਾ ਸ਼ਾਉਲ ਨੂੰ ਚੁਣਿਆ, ਰਾਈਟ, ਤੇ ਪਰਮੇਸ਼ਵਰ ਉਹਦੇ ਤੇ ਖੁਸ਼ ਸੀ। ਪਰਮੇਸ਼ਵਰ ਮਸਾ, ਵਚਨ ਦੇ ਵਿੱਚ ਲਿਖਿਆ ਪਰਮੇਸ਼ਵਰ ਦਾ ਮਸਾ ਸ਼ਾਉਲ ਦੇ ਉੱਤੇ ਸੀਗਾ। ਪਰ ਕਿਸੇ ਕੋਲੋਂ ਗੋਲੀਅਥ ਨਹੀਂ ਮਾਰ ਹੋ ਰਿਹਾ ਸੀਗਾ। ਡਰਦੇ ਸੀ ਕਿ ਉਹ ਜਵਾਨ ਆ, ਉਹ ਤਕੜਾ ਆ, ਉਹ ਯੋਧਾ ਆ। ਔਰ ਦਾਊਦ ਨੇ ਆਪਣੇ ਸੈਨਾਵਾਂ ਦੇ ਯਹੋਵਾ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖਿਆ। ਦਾਊਦ ਨਿਕਲਿਆ ਪਰਮੇਸ਼ਵਰ ਦੇ ਬਲ ਤੇ ਜ਼ੋਰ ਦੇ ਨਾਲ, ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਰੱਖ ਕੇ, ਆਸਰਾ ਰੱਖ ਕੇ, ਔਰ ਉਹਨੇ ਪਰਮੇਸ਼ਵਰ ਦੇ ਜ਼ੋਰ ਦੇ ਦੁਆਰਾ ਇੱਕ ਪੱਥਰ ਮਾਰਿਆ ਔਰ ਗੋਲੀਅਥ ਢਹਿ ਹੋ ਗਿਆ। ਔਰ ਫਿਰ ਦਾਊਦ ਨੇ ਹੋਰ ਬਹੁਤ ਸਾਰੀਆਂ ਲੜਾਈਆਂ ਲੜੀਆਂ, ਜਿਹਦਾ ਕਰਕੇ ਸ਼ਾਉਲ ਦੇ ਮਨ ਵਿੱਚ ਦਾਊਦ ਦੇ ਪ੍ਰਤੀ ਈਰਖਾ ਆ ਗਈ। ਔਰ ਵਚਨ ਦੇ ਵਿੱਚ ਲਿਖਿਆ ਆ ਕਿ ਸ਼ਾਉਲ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਓਨਾ ਉੱਤਮ ਨਹੀਂ ਰਿਹਾ ਜਿੰਨਾ ਪਹਿਲਾਂ ਸੀਗਾ। ਔਰ ਪਰਮੇਸ਼ਵਰ ਦੇ ਵੱਲੋਂ ਉਹਦੇ ਉੱਤੇ ਇੱਕ ਦੁਸ਼ਟ ਆਤਮਾ ਭੇਜ ਦਿੱਤਾ ਗਿਆ, ਅਲਾਓ ਕੀਤਾ ਗਿਆ ਕਿ ਦੁਸ਼ਟ ਆਤਮਾ ਉਹਦੇ ਉੱਤੇ ਚੜੇ। ਤੇ ਵਚਨ ਦੇ ਵਿੱਚ ਲਿਖਿਆ ਕਿ ਇੱਕ ਦੁਸ਼ਟ ਆਤਮਾ ਸ਼ਾਉਲ ਨੂੰ ਆਲਵੇਜ਼ ਪਰੇਸ਼ਾਨ ਕਰਦਾ ਸੀ। ਕਿਉਂ? ਪਹਿਲੇ ਤੇ ਨਹੀਂ ਸੀ ਕਰਦਾ, ਪਰ ਕਦੋਂ? ਜਦੋਂ ਸ਼ਾਉਲ ਦੀ ਲਾਈਫ ਦੇ ਵਿੱਚ ਈਰਖਾ ਆ ਗਈ। ਇਸ ਲਈ ਸਾਨੂੰ ਸਮਝਣ ਦੀ ਜ਼ਰੂਰਤ ਆ ਕਿ ਈਰਖਾ ਅਗਰ ਸਾਡੇ ਜੀਵਨ ਦੇ ਵਿੱਚ ਆ ਤਾਂ ਉਹ ਦੁਸ਼ਟ ਆਤਮੇ ਜਿਹੜੇ ਸਾਡੇ ਜੀਵਨ ਨੂੰ ਛੱਡ ਕੇ ਨਹੀਂ ਜਾ ਰਹੇ, ਮਤਲਬ ਦੁਸ਼ਟ ਆਤਮਿਆਂ ਦੇ ਆਉਣ ਦਾ ਰਸਤਾ ਖੁੱਲਦਾ ਆ। ਪਲੱਸ ਜਿਹੜੇ ਨਹੀਂ ਛੱਡ ਕੇ ਜਾ ਰਹੇ, ਇਹਦਾ ਮਤਲਬ ਪਰਮੇਸ਼ਵਰ ਦੇ ਵੱਲੋਂ ਵੀ ਉਹਨਾਂ ਨੂੰ ਅਲਾਓ ਆ ਕਿ ਤੁਸੀਂ ਇਹਨਾਂ ਨੂੰ ਪਰੇਸ਼ਾਨ ਕਰੋ, ਕਿਉਂਕਿ ਇਹ ਈਰਖਾ ਰੱਖਣ ਵਾਲੇ ਲੋਕ ਆ। ਤਾਂ ਈਰਖਾ ਰੱਖਣ ਦੇ ਨਾਲ ਸਾਡੇ ਜੀਵਨ ਦੇ ਵਿੱਚ ਦੁਸ਼ਟ ਆਤਮਿਆਂ ਦੀ ਐਂਟਰੀ ਹੁੰਦੀ ਆ, ਬਿਮਾਰੀਆਂ ਦੀ ਐਂਟਰੀ ਹੁੰਦੀ ਆ, ਦੁੱਖਾਂ ਦੀ ਐਂਟਰੀ ਹੁੰਦੀ, ਕਿਉਂਕਿ ਪਰਮੇਸ਼ਵਰ ਦੇ ਕ੍ਰੋਧ ਦੀ ਐਂਟਰੀ ਹੋ ਜਾਂਦੀ। ਪਰਮੇਸ਼ਵਰ ਦਾ ਕ੍ਰੋਧ ਆ ਜਾਂਦਾ, ਔਰ ਜਿੱਥੇ ਪਰਮੇਸ਼ਵਰ ਦਾ ਕ੍ਰੋਧ ਆ ਉੱਥੇ ਸਭ ਕੁਝ ਨਾਸ਼ ਹੋ ਜਾਂਦਾ ਹੈ। ਤਾਂ ਵਚਨ ਦੇ ਵਿੱਚ ਲਿਖਿਆ ਕਿ ਸ਼ਾਉਲ ਦੇ ਉੱਤੇ ਜਿਹੜਾ ਦੁਸ਼ਟ ਆਤਮਾ ਸੀ, ਪਰਮੇਸ਼ਵਰ ਦੇ ਵੱਲੋਂ ਉਹਨੂੰ ਅਲਾਓ ਕੀਤਾ ਗਿਆ ਸੀਗਾ ਕਿ ਉਹਦੇ ਤੇ ਜਾਏ। ਔਰ ਇਹ ਵੀ ਲਿਖਿਆ ਕਿ ਦਾਊਦ ਜਦੋਂ ਵੀਣਾ ਵਜਾਉਂਦਾ ਸੀ, ਤਾਰਾਂ ਵਾਲਾ ਸਾਜ਼ ਵਜਾਉਂਦਾ ਸੀਗਾ, ਤਾਂ ਉਹ ਕੁਛ ਪਲਾਂ ਦੇ ਲਈ, ਕੁਛ ਚਿਰ ਦੇ ਲਈ, ਕੁਛ ਟਾਈਮ ਦੇ ਲਈ ਦੁਸ਼ਟ ਆਤਮਾ ਸ਼ਾਉਲ ਨੂੰ ਛੱਡ ਕੇ ਉੱਤਰ ਜਾਂਦਾ ਸੀ ਔਰ ਸ਼ਾਉਲ ਨੂੰ ਸ਼ਾਂਤੀ ਆਉਂਦੀ ਸੀ। ਪਰ ਫਿਰ ਉਹ ਜੈਲਸ ਜਿਹੜਾ ਉਹਦੇ ਅੰਦਰ ਸੀ ਕਿ ਦਾਊਦ ਦੇ ਅੰਦਰ ਇੰਨਾ ਜ਼ੋਰ ਕਿੱਥੋਂ, ਦਾਊਦ ਇੰਨਾ ਪ੍ਰਸਿੱਧ ਹੋ ਰਿਹਾ ਸਾਰਾ ਕੁਝ, ਤਾਂ ਉਹ ਈਰਖਾ ਦਾ ਕਰਕੇ ਦੁਸ਼ਟ ਆਤਮਾ ਫਿਰ ਤੋਂ ਉਹਦੇ ਤੇ ਸਵਾਰ ਹੋ ਜਾਂਦਾ ਸੀਗਾ। ਇਸ ਲਈ ਯਾਦ ਰੱਖੋ, ਈਰਖਾ ਦੇ ਨਾਲ ਦੁਸ਼ਟ ਆਤਮਾ ਵੀ
ਤੁਹਾਡੀ ਲਾਈਫ ਦੇ ਵਿੱਚ ਐਂਟਰ ਕਰ ਸਕਦਾ। ਮਿਰੀਅਮ ਦੇ ਵਾਂਗ ਬਿਮਾਰੀ ਐਂਟਰ ਕਰ ਸਕਦੀ, ਕਹਿਣ ਦੇ ਵਾਂਗ ਦੁੱਖ ਕਸ਼ਟ ਤੇ ਸਰਾਪ ਐਂਟਰ ਕਰਦਾ ਹੈ ਲਾਈਫ ਦੇ ਵਿੱਚ ਸਿਰਫ ਈਰਖਾ ਦੇ ਦੁਆਰਾ। ਫਿਰ ਇੱਕ ਹੋਰ ਐਗਜ਼ਾਮਪਲ ਲੈ ਸਕਦੇ ਆਪਾਂ। ਤੁਸੀਂ ਦੇਖੋ ਰਾਹੇਲ ਦੀ ਤੇ ਯਾਕੂਬ ਦੀ। ਉਹ ਰਾਹੇਲ ਨੂੰ ਈਰਖਾ ਸੀਗੀ ਯਾਕੂਬ ਦੀ ਦੂਸਰੀ ਪਤਨੀ ਤੋਂ ਕਿ ਉਹਦੇ ਬੱਚੇ ਆ ਔਰ ਮੇਰੇ ਕੋਲੇ ਬੱਚੇ ਨਹੀਂ ਆ। ਉਹ ਈਰਖਾ ਕਰਦੀ ਸੀ ਇਸ ਚੀਜ਼ ਦੀ ਔਰ ਉਹਦੇ ਨਾਲ ਲੜਦੀ ਰਹਿੰਦੀ ਸੀ ਕਿ ਮੈਨੂੰ ਵੀ ਬੱਚੇ ਚਾਹੀਦੇ ਆ, ਮੇਰੇ ਕੋਲੇ ਵੀ ਬੱਚੇ ਹੋਣੇ ਚਾਹੀਦੇ, ਮੇਰੇ ਤੋਂ ਵੀ ਬੱਚੇ ਪੈਦਾ ਕਰ। ਤੇ ਉਹਦੇ ਅੰਦਰ ਬਹੁਤ ਜੈਲਸ ਸੀਗਾ ਕਿ ਦੂਜੀ ਵਾਈਫ ਦੇ ਬੱਚੇ ਆ ਪਰ ਮੇਰੇ ਬੱਚੇ ਨਹੀਂ ਆ। ਹਾਲਾਂਕਿ ਉਹ ਜਿਹੜੀ ਨਬੀ ਦੀ ਦੂਜੀ ਵਾਈਫ ਸੀਗੀ ਉਹ ਰਾਹੇਲ ਦੀ ਭੈਣ ਹੀ ਸੀਗੀ, ਪਰ ਵਚਨ ਦੇ ਵਿੱਚ ਲਿਖਿਆ ਕਿ ਰਾਹੇਲ ਤੋਂ ਵੀ 2 ਬੱਚੇ ਹੋਏ, ਇੱਕ ਯੂਸਫ ਤੇ ਇੱਕ ਬੈਂਜਾਮਿਨ। ਔਰ ਜਦੋਂ ਬੈਂਜਾਮਿਨ ਦਾ ਜਨਮ ਹੋਇਆ ਰਾਹੇਲ ਮਰ ਗਈ। ਤੁਸੀਂ ਦੇਖੋ ਇੱਕ ਈਰਖਾ ਦਾ ਕਰਕੇ ਉਹਦੇ ਉੱਤੇ ਮੌਤ ਆਈ ਔਰ ਉਹ ਬੱਚੇ ਪਾਲਣ ਦਾ ਸੁੱਖ ਨਹੀਂ ਲੈ ਸਕੀ। ਆਪਣੇ ਬੇਟੇ ਨੂੰ ਇੱਕ ਸਿੰਘਾਸਨ ਦੇ ਉੱਤੇ ਬੈਠਾ ਹੋਇਆ ਨਹੀਂ ਦੇਖ ਸਕੀ, ਯੂਸਫ ਨੂੰ, ਜਿਹਦੇ ਉੱਤੇ ਪਰਮੇਸ਼ਵਰ ਦਾ ਇੰਨਾ ਅਨੁਗ੍ਰਹਿ ਹੋਇਆ, ਪਰਮੇਸ਼ਵਰ ਦੀ ਇੰਨੀ ਕਿਰਪਾ ਸੀਗੀ। ਉਹ ਉਸ ਸੁੱਖ ਨੂੰ ਪ੍ਰਾਪਤ ਨਹੀਂ ਕਰ ਸਕੀ ਜਿਹੜਾ ਮਾਂ ਹੋਣ ਦਾ ਸੁੱਖ ਆ। ਮਾਂ ਬਣਨ ਦੀ ਇੱਛਾ ਦਾ ਕਰਕੇ ਉਹਦੇ ਅੰਦਰ ਜੈਲਸ ਬਹੁਤ ਸੀਗੀ ਦੂਜੀ ਭੈਣ ਤੋਂ ਕਿ ਉਹ ਮਾਂ ਬਣ ਚੁੱਕੀ ਹੈ ਤੇ ਮੈਂ ਨਹੀਂ ਬਣੀ। ਜਦੋਂ ਉਹ ਮਾਂ ਬਣੀ ਤਾਂ ਪਰ ਉਹ ਮਾਂ ਬਣਨ ਦੇ ਸੁੱਖ ਨੂੰ ਪ੍ਰਾਪਤ ਨਹੀਂ ਕਰ ਸਕੀ। ਹਾਲਾਂਕਿ ਉਹਦਾ ਹਸਬੈਂਡ ਉਹਦੇ ਨਾਲ ਬਹੁਤ ਪ੍ਰੇਮ ਕਰਦਾ ਸੀ ਉਦੋਂ ਵੀ ਜਦੋਂ ਉਹਦੇ ਕੋਲ ਬੱਚੇ ਨਹੀਂ ਸੀ। ਈਰਖਾ ਦਾ ਕਰਕੇ ਸਾਡੇ ਜੀਵਨ ਦੇ ਵਿੱਚ ਮੌਤ ਵੀ ਐਂਟਰ ਕਰ ਜਾਂਦੀ ਹੈ, ਜਿੱਦਾਂ ਰਾਹੇਲ ਦੇ ਜੀਵਨ ਦੇ ਵਿੱਚ। ਸੋ ਅੱਜ ਵਚਨ ਸਾਨੂੰ ਇਹ ਟੀਚ ਕਰਦਾ ਆ ਕਿ ਆਪਣੇ ਜੀਵਨ ਦੇ ਵਿੱਚੋਂ ਈਰਖਾ ਨੂੰ ਬਾਹਰ ਕੱਢੋ ਤਾਂ ਜੋ ਸਾਡੇ ਜੀਵਨ ਦੇ ਵਿੱਚੋਂ ਸਰਾਪ ਬਾਹਰ ਨਿਕਲ ਜਾਣ, ਤਾਂ ਜੋ ਸਾਡੇ ਜੀਵਨ ਚੋਂ ਬਿਮਾਰੀ ਬਾਹਰ ਨਿਕਲੇ, ਤਾਂ ਜੋ ਸਾਡੇ ਜੀਵਨ ਦੇ ਵਿੱਚੋਂ ਦੁਸ਼ਟ ਆਤਮੇ ਬਾਹਰ ਨਿਕਲਣ, ਤਾਂ ਜੋ ਸਾਡੇ ਜੀਵਨ ਦੇ ਵਿੱਚੋਂ ਮਿੱਥੇ ਹੋਏ ਸਮੇਂ ਤੋਂ ਪਹਿਲਾਂ ਆਉਣ ਵਾਲੀ ਮੌਤ ਜਿਹੜੀ ਆ ਉਹ ਟਲ ਜਾਏ। ਸੋ ਮੈਂ ਯਕੀਨ ਕਰਦੀ ਹਾਂ ਅੱਜ ਤੁਸੀਂ ਜ਼ਰੂਰ ਇਸ ਚੀਜ਼ ਨੂੰ ਸਿੱਖਿਆ ਹੋਊਗਾ ਕਿ ਈਰਖਾ ਦੇ ਨਾਲ ਕਿੰਨੀਆਂ ਪ੍ਰੋਬਲਮਸ ਆਉਂਦੀਆਂ ਆ ਲਾਈਫ ਦੇ ਵਿੱਚ, ਔਰ ਬਹੁਤ ਵੱਡੀਆਂ ਪ੍ਰੋਬਲਮਸ ਆਉਂਦੀਆਂ ਔਰ ਸਾਡੀ ਬਰਕਤ ਰੁਕਦੀ, ਸਾਡੀ ਸ਼ਿਫਾ ਰੁਕਦੀ ਆ, ਸਾਡਾ ਛੁਟਕਾਰਾ ਰੁਕਦਾ ਆ, ਸਾਡਾ ਜੀਵਨ ਛੋਟਾ ਹੋ ਜਾਂਦਾ ਆ। ਤੇ ਮੈਂ ਅੱਜ ਤੁਹਾਨੂੰ ਰਿਕੁਐਸਟ ਕਰਦੀ ਹਾਂ ਪਰਮੇਸ਼ਵਰ ਦੀ ਦਾਸੀ ਹੋਣ ਦੇ ਨਾਤੇ ਕਿ ਪਲੀਜ਼ ਆਪਣੀ ਲਾਈਫ ਦੇ ਵਿੱਚੋਂ ਈਰਖਾ ਨੂੰ ਪਹਿਚਾਨੋ ਔਰ ਉਸ ਈਰਖਾ ਨੂੰ ਖਤਮ ਕਰ ਦਿਓ। ਪਰਮੇਸ਼ਵਰ ਦੇ ਪ੍ਰੇਮ ਦੇ ਦੁਆਰਾ ਕਿਸੇ ਤੋਂ ਜਲਣਾ ਬੰਦ ਕਰੋ, ਕਿਸੇ ਦੇ ਲਈ ਈਰਖਾ ਕਰਨੀ ਬੰਦ ਕਰੋ ਔਰ ਖੁਦ ਆਪਣੇ ਲਈ ਪਰਮੇਸ਼ਵਰ ਕੋਲੋਂ ਮੰਗੋ ਔਰ ਭਰੋਸਾ ਰੱਖੋ ਕਿਉਂਕਿ ਉਹ ਦੇਣ ਵਾਲਾ ਪਰਮੇਸ਼ਵਰ ਆ, ਉਹ ਮੁਹੱਈਆ ਕਰਨ ਵਾਲਾ ਪਰਮੇਸ਼ਵਰ ਆ, ਉਹ ਯਹੋਵਾ ਯੀਰੇ ਆ ਔਰ ਰਾਈਟ ਟਾਈਮ ਤੇ ਉਹ ਜ਼ਰੂਰ ਤੁਹਾਡੀ ਲਾਈਫ ਦੇ ਵਿੱਚ ਸਭ ਕੁਝ ਪੂਰਾ ਕਰੇਗਾ। ਹਾਲੇਲੂਇਆ। ਸੋ ਪਰਮੇਸ਼ਵਰ ਦਾ ਅਨੁਗ੍ਰਹਿ ਤੁਹਾਡੇ ਉੱਤੇ ਬਹੁਤਾਇਤ ਦੇ ਨਾਲ ਹੋਏ। ਆਓ ਆਪਾਂ ਪ੍ਰਾਰਥਨਾ ਦੀ ਅਵਸਥਾ ਵਿੱਚ ਚੱਲਾਂਗੇ ਤਾਂ ਜੋ ਅੱਜ ਦਾ ਦਿਨ ਮੁਬਾਰਕ ਹੋਏ। ਹਾਲੇਲੂਇਆ। ਥੈਂਕ ਯੂ ਫਾਦਰ, ਥੈਂਕ ਯੂ ਫਾਦਰ। ਸਰਵ ਸ਼ਕਤੀਮਾਨ ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਪ੍ਰਭੂ, ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਮੇਰੇ ਖੁਦਾਵੰਦ ਖੁਦਾ ਜੀ। ਅੱਜ ਦੇ ਦਿਨ ਦੇ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਮੇਰੇ ਪਿਤਾ ਪਰਮੇਸ਼ਵਰ। ਤੁਸੀਂ ਇੱਕ ਨਵਾਂ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਬਖਸ਼ਿਆ ਮੇਰੇ ਪ੍ਰਭੂ। ਪ੍ਰਭੂ ਇਹ ਤੁਹਾਡੀ ਦਇਆ ਤੇ ਕਿਰਪਾ ਆ ਮੇਰੇ ਪ੍ਰਭੂ। ਔਰ ਪ੍ਰਭੂ ਵਚਨ ਦੇ ਵਿੱਚ ਲਿਖਿਆ ਪਰਮੇਸ਼ਵਰ ਨੇ ਜਗਤ ਦੇ ਨਾਲ ਇੰਨਾ ਪ੍ਰੇਮ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਜੋ ਕੋਈ ਵੀ ਉਸ ਦੇ ਉੱਤੇ ਵਿਸ਼ਵਾਸ ਲਿਆਏ ਨਾਸ਼ ਨਾ ਹੋਏ ਪਰ ਸਦਾ ਦਾ ਜੀਵਨ ਪਾਏ। ਐ ਮੇਰੇ ਖੁਦਾਵੰਦ ਖੁਦਾ, ਉਹ ਪ੍ਰੇਮ ਜੋ ਤੁਸੀਂ ਸਾਡੇ ਨਾਲ ਕੀਤਾ ਮੇਰੇ ਪ੍ਰਭੂ, ਹੁਣ ਉਹੀ ਪ੍ਰੇਮ ਸਾਡੇ ਦਿਲਾਂ ਵਿੱਚ ਪਾ ਦਿਓ ਤਾਂ ਜੋ ਅਸੀਂ ਆਪਣੇ ਆਂਢ ਗੁਆਂਢ ਦੇ ਨਾਲ, ਆਪਣੇ ਭੈਣਾਂ ਭਰਾਵਾਂ ਦੇ ਨਾਲ ਔਰ ਸਾਡੇ ਨਾਲ ਰਹਿਣ ਵਾਲਿਆਂ ਦੇ ਨਾਲ ਅਸੀਂ ਕਰ ਸਕੀਏ ਮੇਰੇ ਪਿਤਾ ਪਰਮੇਸ਼ਵਰ। ਪਿਆਰੇ ਪ੍ਰਭੂ ਜੀ, ਅੱਜ ਅਸੀਂ ਬੇਨਤੀ ਕਰਦੇ ਹਾਂ ਸਾਡੇ ਜੀਵਨ ਦੇ ਹਰ ਇੱਕ ਪੋਰਸ਼ਨ ਦੇ ਵਿੱਚੋਂ ਜਿੱਥੇ ਵੀ ਜੈਲਸ ਦਾ ਸਪਿਰਿਟ ਕੰਮ ਕਰਦਾ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਉਹ ਸਾਥੋਂ ਦੂਰ ਕਰ ਦਿਓ ਮੇਰੇ ਪ੍ਰਭੂ। ਅੱਜ ਅਸੀਂ ਜੈਲਸ ਤੋਂ ਛੁਟਕਾਰਾ ਪ੍ਰਾਪਤ ਕਰਨਾ ਚਾਹੁੰਦੇ ਹਾਂ। ਅਸੀਂ ਉਸ ਜੈਲਸ ਦਾ ਕਰਕੇ, ਉਸ ਈਰਖਾ ਦਾ ਕਰਕੇ ਅਸੀਂ ਨਾਸ਼ ਨਹੀਂ ਹੋਣਾ ਚਾਹੁੰਦੇ, ਸਰਾਪ ਦੇ ਹੇਠ ਨਹੀਂ ਆਉਣਾ ਚਾਹੁੰਦੇ, ਮੌਤ ਦੇ ਹੇਠ ਨਹੀਂ ਆਉਣਾ ਚਾਹੁੰਦੇ, ਬਿਮਾਰੀ ਦੇ ਹੇਠ ਨਹੀਂ ਆਉਣਾ ਚਾਹੁੰਦੇ ਮੇਰੇ ਪਿਤਾ ਪਰਮੇਸ਼ਵਰ। ਅਸੀਂ ਦੁਸ਼ਟ ਆਤਮਿਆਂ ਦੇ ਹੇਠ ਨਹੀਂ ਆਉਣਾ ਚਾਹੁੰਦੇ ਪਰ ਮੇਰੇ ਪ੍ਰਭੂ ਅਸੀਂ ਤੁਹਾਡੇ ਅਨੁਗ੍ਰਹਿ ਦੇ ਨਾਲ, ਉਸ ਛੁਟਕਾਰੇ ਦੇ ਨਾਲ ਜਿਹੜਾ ਪ੍ਰਭੂ ਯਿਸੂ ਮਸੀਹ ਜੀ ਦੇ ਸਲੀਬ ਉੱਤੇ ਬਲੀਦਾਨ ਹੋਣ ਦੇ ਵਸੀਲੇ ਨਾਲ ਸਾਨੂੰ ਮਿਲਿਆ, ਅਸੀਂ ਉਸ ਛੁਟਕਾਰੇ ਨੂੰ ਆਪਣੀ ਲਾਈਫ ਦੇ ਵਿੱਚ ਚਾਹੁੰਦੇ ਹਾਂ ਮੇਰੇ ਪਿਤਾ ਪਰਮੇਸ਼ਵਰ। ਔਰ ਅਸੀਂ ਪ੍ਰਾਰਥਨਾ ਕਰਦੇ ਮੇਰੇ ਪ੍ਰਭੂ ਇਹ ਸਿਰਫ ਤੁਹਾਡੇ ਦੁਆਰਾ ਹੋ ਸਕਦਾ। ਤੁਸੀਂ ਸਾਡੇ ਉੱਤੇ ਮਿਹਰਬਾਨ ਹੋਵੋ ਔਰ ਸਾਡੇ ਅੰਦਰਲੇ ਹਰੇਕ ਜੈਲਸ ਨੂੰ, ਈਰਖਾ ਨੂੰ ਖਤਮ ਕਰ ਦਿਓ ਮੇਰੇ ਪਿਤਾ ਪਰਮੇਸ਼ਵਰ ਜੀ। ਔਰ ਪ੍ਰਭੂ ਜਿੱਥੇ ਵੀ ਜੈਲਸ ਸਾਡੇ ਅੰਦਰ
उत्पन्न होने लगे तुहाडा आत्मा सानू अगवाई करे और तुहाडे सामर्थ दे द्वारा असी उस जैलस नू खत्म कर सकीए। साडी मदद करो मेरे पिता परमेश्वर जी। प्रभु तुहाडी आशीष साडे घरां दे उत्ते आए, परिवार दे उत्ते आए मेरे पिता परमेश्वर, साडे कारोबार दे उत्ते आए मेरे प्रभु जी। तुहाडे स्वर्गदूत मेरे प्रभु साडे घरां दी, कारोबार दी, खेतां दी, साडे माल डंगर दी और साडे राहां दे विच, साडे सफर दे दरम्यान साडी रखवाली करन, हर बुरी बला तो बचा के रखन, दुष्ट दियां चीज़ां तो बचा के रखन, जादू टोणियां तो मेरे प्रभु सानू बचा के रखना। हर तरह के इलम जो साडी खिलाफत विच पढ़े गए, जो बोले गए, बुरे शब्द जो साडे लई बोले गए, हर सराप जो साडे जीवन दे विच काम कर रहा, अज उन्हां सारियां चीज़ां दी सामर्थ खत्म हो जाए और परमेश्वर दा सामर्थ साडे जीवन दे विच काम करे। प्रभु अज साडे उत्ते आए हुए हरेक सराप नू तोड़ दिओ, सगों जद्दी पुश्ती तुरियां दे हरेक सराप नू तोड़ दिओ मेरे प्रभु। हर जनरेशनल कर्ज खत्म हो जाए प्रभु यीशु जी दे नाम च। ऐ मेरे पिता परमेश्वर जो बीमारियां जद्दी पुश्ती साडे घरां ते घराणियां विच चल रहीआं हमेशा लई खत्म हो जाण प्रभु यीशु मसीह जी दे नाम च। जो नशियां दा सराप जद्दी पुश्ती तुरिया आ रहा, कईयां पीढ़ियां तो तुरिया आ रहा, नाश हो जाए प्रभु यीशु मसीह जी दे नाम च खत्म हो जाए। प्रभु मैं प्रार्थना करदी हां जिन्हां हसबैंड वाइफ की बनती नहीं है प्रभु तुहाडी किरपा दे नाल उन्हां दे अंदर प्रेम उत्पन्न होए और उन्हां दा क्रोध खत्म हो जाए, उन्हां दा आपस विच प्रेम वधे और उन्हां दी बननी शुरू होए। प्रभु जेडे बे औलाद यार इस प्रार्थना नूं सुन रहे, मैं प्रार्थना करदी मेरे पिता परमेश्वर तुहाडी दासी उन्हां नूं ब्लैस करदी है कि प्रभु तुसीं उन्हां नूं बच्चिआं दी आशीष दिओ प्रभु यीशु मसीह जी दे नाम च मेरे प्रभु। आओ प्रभु साडे अज दे दिन नूं मुबारक करो, अपनी वड्डी मर्जी साडे जीवन दे विच पूरी करो, क्योंकि असीं जाणदे हां तुहाडीआं योजनावां साडे जीवन दे विच लाभ दीआं आ, हानि दीआं नहीं, क्योंकि ये तुसीं कहा है कि मेरे कोल तुहाडे लई चंगीआं योजनावां जिहड़ियां तुहानूं छेकड़ नूं आस दुआउण। और प्रभु तुसीं साडे लई एक ब्राइट फ्यूचर प्लान कीता, असीं तुहाडा धन्नवाद करदे हां और असीं उस ब्राइटनेस दे विच एंटर करदे हां, असीं उस चमक दे विच प्रवेश करदे प्रभु यीशु मसीह जी दे नाम दे विच। ऐ मेरे खुदावंद खुदा असीं धन्नवाद करदे हां कि तुसीं सानूं उज्जवल कर रहे हैं, रोशन कर रहे हैं मेरे प्रभु। असीं दिल दी गहराई तो शुक्रगुजार हां प्रभु। साडी आत्मक तरक्की करो प्रभु, सानू अपने बल ते सामर्थ दे नाल भरो मेरे प्रभु, सानू अपना ब्लैसड विजडम दिओ मेरे पिता परमेश्वर, तां जो मेरे प्रभु असीं तुहाडीआं प्लैनिंग्स नूं समझ सकीए और अपने जीवन च उन्हां नूं रिसीव करिए और उन्हां दे अकॉर्डिंगली चलीए। प्रभु साडे उत्ते तुहाडा अनुग्रह हमेशा हमेशा बनिया रहे, साडे धीआं पुत्रां दे उत्ते तुहाडा अनुग्रह बनिया रहे, साडे बच्चों नूं मेरे प्रभु तुहाडी हजूरी चों बुद्ध प्राप्त होए और साडे बच्चे मेरे प्रभु आप जी दी अधीनगी दे विच, सगों साडी अधीनगी दे विच भी रहण मेरे प्रभु, और तुहाडा ही नाम साडे जीवन च मुबारक होए। आओ प्रभु ब्लैस करो, साडी बेनती नूं सुनो, सारी प्रार्थना प्रभु यीशु जी दे नाम च पिता परमेश्वर जी कोलों मंगदे हां। आमीन आमीन आमीन। गॉड ब्लैस यू ऑल। प्रभु तुहानू बहुत सारियां बरकतां देन, तुहाडे कारोबार उत्ते बरकतां आउण, तुहाडे माल डंगर दे उत्ते बरकतां आउण, तुहाडे घर विच हरेक मैंबर जिहड़ा है ब्लैसड होए, आशीष पावे, ओह सगों सुपर ब्लैसड होए, क्योंकि तुसी मास्टरपीस हैं, तुसी यूनीक हैं। परमेश्वर ने एक वंडरफुल प्लैनिंग दे नाल सानू इस धरती दे उत्ते भेजिया है और असी परमेश्वर दे अंबैसडर या परमेश्वर दी किंगडम दे, परमेश्वर दी बादशाह दे असी राजदूत हैं इस धरती दे उत्ते। सो परमेश्वर दा अनुग्रह हमेशा तुहाडे उत्ते होए, तुहाडे खेतां दे उत्ते होए, तुहाडी जॉब दे उत्ते होए। और मैं कल एक टेस्टिमनी पढ़ी सी, एक सिस्टर, शायद ब्रदर सिस्टर सी शायद, तो उन्होंने कहा कि उन्होंने कोल जॉब नहीं सीगी, पर रैगूलर उन्होंने लिए थोड़े सारे लिए जो जॉब के लिए प्रार्थना की जाती है कि बेरोजगारी खत्म होए और अच्छी जॉब मिले, तो उन्होंने कहा कि वो अच्छी जॉब के नाल ब्लैस होया। मैं परमेश्वर का बहुत धन्नवाद करती हाँ परमेश्वर के इस रहमत ते फजल के लिए। और एक भैन होर सीगे, उन्होंने भी दसिया सीगा दो दिन पहला कि उन्होंने हसबैंड वाइफ की आपस में नहीं बनती सी, पर हुण एग्री करते एक दूजे दीयां गल्लां दे नाल। ते मैं परमेश्वर का धन्नवाद करती हाँ कि परमेश्वर ने उन्होंने अंदर अंडरस्टैंडिंग पाई और विजडम पाई। सो एवरी डे नवीं टेस्टमनीज आउंदियां, कईयां दी प्रार्थना का जिहड़ा पद्धर आ वो उच्चा हो रहा, कईयां दी समझ का पद्धर उच्चा हो रहा, वो वचन पढ़ना शुरू कर दिता उन्होंने। और मैं वंस अगेन अज फिर तुहानूं बेनती करदी हाँ, अज दे वचन नूं भी वध तो वध स्प्रैड करो, शेयर करो, लाइक करो, बेशक ये छोटे क्लिप्स बना लो, जिद्दां भी तुहानूं चंगा लगदा है, शॉर्ट वीडियोज़ दे विच इहनूं कन्वर्ट कर सकते हैं, शेयर इट दे उत्ते जाके जां होर चीज़ां जिद्दे भी जो भी हुंदा इंस्टाग्राम एंड ऑल थिंग्स, तो उन्हां दे उत्ते जाके तुसीं शेयर करो, क्योंकि
ਜੈਲਸ ਬਹੁਤ ਲੋਕਾਂ ਦੀ ਲਾਈਫ ਦੇ ਵਿੱਚ ਕੰਮ ਕਰਦਾ ਆ, ਔਰ ਜੈਲਸ ਦਾ ਕਰਕੇ ਬਹੁਤ ਸਾਰੇ ਲੋਕ ਸਮੱਸਿਆ ਦੇ ਵਿੱਚ ਆ, ਔਰ ਉਹ ਜਾਣਦੇ ਨਹੀਂ ਕਿ ਉਹਨਾਂ ਦੀਆਂ ਸਮੱਸਿਆਵਾਂ ਦਾ ਰੀਜ਼ਨ ਕੀ ਆ, ਕਾਰਨ ਕੀ ਆ। ਸੋ ਪਰਮੇਸ਼ਵਰ ਤੁਹਾਨੂੰ ਬਰਕਤ ਦੇਣ। ਤੁਸੀਂ ਗੁਰਸ਼ਰਨ ਦਿਓਲ ਇੰਸਟਾਗ੍ਰਾਮ ਦੇ ਉੱਤੇ ਵੀ ਆਈਡੀ ਆ, ਤੁਸੀਂ ਉੱਥੇ ਵੀ ਜਾ ਕੇ ਲਾਈਕ ਕਰ ਸਕਦੇ, ਫੋਲੋ ਕਰ ਸਕਦੇ ਆ। ਮੇਰੀ ਪ੍ਰਮੋਸ਼ਨ ਦੇ ਲਈ ਨਹੀਂ, ਪਰ ਪਰਮੇਸ਼ਵਰ ਦੇ ਵਰਡ ਦੇ ਲਈ। ਅਗਰ ਤੁਹਾਨੂੰ ਲੱਗਦਾ ਆ ਕਿ ਸੱਚਮੁੱਚ ਇੱਥੇ ਇਸ ਜਿਹੜੀ ਆਈਡੀ ਆ ਔਰ ਜਿਹੜੀ ਇਹ ਪਰਮੇਸ਼ਵਰ ਦੀ ਦਾਸੀ ਆ, ਅਗਰ ਤੁਹਾਨੂੰ ਲੱਗਦਾ ਕਿ ਬਿਬਲੀਕਲ ਟੀਚ ਕਰਦੀ ਆ, ਬਿਬਲੀਕਲ ਪ੍ਰੀਚ ਕਰਦੀ ਆ, ਬਾਈਬਲ ਦੇ ਅਕੋਰਡਿੰਗਲੀ ਜਾਂਦੇ ਆ ਸ਼ਬਦ ਔਰ ਸਿੱਖਿਆ, ਤਾਂ ਜ਼ਰੂਰ ਤੁਸੀਂ ਗੁਰਸ਼ਰਨ ਦਿਓਲ ਪੇਜ ਆ ਫੇਸਬੁੱਕ ਦੇ ਉੱਤੇ, ਉਹਨੂੰ ਤੁਸੀਂ ਲਾਈਕ ਕਰ ਸਕਦੇ, ਫੋਲੋ ਕਰ ਸਕਦੇ ਆ। ਇੰਸਟਾਗ੍ਰਾਮ ਦੇ ਉੱਤੇ ਸੇਮ ਤੁਸੀਂ ਜਾ ਕੇ ਲਾਈਕ ਐਂਡ ਫੋਲੋ ਕਰ ਸਕਦੇ ਆ। YouTube ਦੇ ਉੱਤੇ ਤੁਸੀਂ ਲਾਈਕ ਐਂਡ ਫੋਲੋ ਕਰ ਸਕਦੇ ਆ। ਔਰ ਸੇਮ ਵੇ ਦੇ ਨਾਲ ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ, ਤੁਸੀਂ ਉਹਨੂੰ ਫੇਸਬੁੱਕ ਦੇ ਉੱਤੇ, ਇੰਸਟਾਗ੍ਰਾਮ ਉੱਤੇ ਔਰ YouTube ਦੇ ਉੱਤੇ ਜਾ ਕੇ ਲਾਈਕ, ਫੋਲੋ ਐਂਡ ਸ਼ੇਅਰ ਕਰ ਸਕਦੇ ਆ, ਸਬਸਕ੍ਰਾਈਬ ਕਰ ਸਕਦੇ, ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨਸ ਜਿਹੜੇ ਆ ਉਹ ਮਿਲਦੇ ਰਹਿਣ ਹਰੇਕ ਨਿਊ ਅਪਡੇਟ ਦੇ। ਸੋ ਪਰਮੇਸ਼ਵਰ ਤੁਹਾਨੂੰ ਬਹੁਤ ਬਲੈਸ ਕਰਨ। ਇਹ ਜਿਹੜੀਆਂ ਲੇਟੈਸਟ ਚੀਜ਼ਾਂ ਲੋਕੀ ਇਹਦੇ ਰਾਹੀਂ ਸ਼ੈਤਾਨ ਦੇ ਜਾਲ ਵਿੱਚ ਫਸ ਰਹੇ ਆ, ਪਰ ਵਚਨ ਦੇ ਵਿੱਚ ਰੋਮੀਆਂ ਦੀ ਕਿਤਾਬ ਦੇ ਵਿੱਚ ਲਿਖਿਆ, ਹਰ ਬੁਰਾਈ ਦੇ ਵਿੱਚੋਂ ਪਰਮੇਸ਼ਵਰ ਭਲਾਈ ਪੈਦਾ ਕਰ ਲੈਂਦੇ ਉਹਨਾਂ ਦੇ ਲਈ ਜਿਹੜੇ ਪਰਮੇਸ਼ਵਰ ਦੇ ਲਈ ਪ੍ਰੇਮ ਰੱਖਦੇ ਆ। ਤਾਂ ਅਸੀਂ ਇਹਨਾਂ ਚੀਜ਼ਾਂ ਦੇ ਰਾਹੀਂ ਨਾਸ਼ ਵੱਲ ਨਹੀਂ, ਪਰ ਅਸੀਂ ਇਸੇ ਹੀ ਫੇਸਬੁੱਕ ਦੇ ਰਾਹੀਂ, ਇਸੇ ਹੀ YouTube ਦੇ ਰਾਹੀਂ, ਇਸੇ ਇੰਸਟਾਗ੍ਰਾਮ ਦੇ ਰਾਹੀਂ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਰਾਹੀਂ ਅਸੀਂ ਪਰਮੇਸ਼ਵਰ ਦੀ ਬਾਦਸ਼ਾਹਤ ਦੇ ਵਿੱਚ ਐਂਟਰ ਕਰਾਂਗੇ ਔਰ ਸ਼ੈਤਾਨ ਦੇ ਵਿਛਾਏ ਹੋਏ ਜਾਲ ਦੇ ਵਿੱਚੋਂ ਬਾਹਰ ਨਿਕਲ ਆਵਾਂਗੇ। ਪ੍ਰਭੂ ਤੁਹਾਨੂੰ ਬਹੁਤ 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 ਬਲੈਸ ਕਰਨ। ਪਰਮੇਸ਼ਵਰ ਦੀ ਆਸ਼ੀਸ਼, ਕਿਰਪਾ ਤੇ ਅਨੁਗ੍ਰਹਿ ਹਮੇਸ਼ਾ ਤੁਹਾਡੇ ਜੀਵਨ ਦੇ ਵਿੱਚ ਬਣਿਆ ਰਹੇ। ਗॉड ਬਲੈਸ ਯੂ ਆਲ, ਹੈਵ ਅ ਵੰਡਰਫੁਲ ਬਲੈਸਡ ਡੇ। ਔਰ ਮੈਂ ਬਲੈਸ ਕਰਦੀ ਕਿ ਅੱਜ ਦਾ ਦਿਨ ਤੁਹਾਡੇ ਜੀਵਨ ਦੀ ਟੈਸਟੀਮਨੀ ਲੈ ਕੇ ਆਏ, ਪ੍ਰਭੂ ਯਿਸੂ ਜੀ ਦੇ ਨਾਮ ਦੇ ਵਿੱਚ, ਆਮੀਨ।